ਸਤਿ ਸ਼੍ਰੀ ਅਕਾਲ ਜੀ। ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਰੀ ਸਵਾਗਤ ਕਰਦੀ ਹਾਂ। ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਤਾਂ ਅੱਜ ਦੀ ਅਪਡੇਟ ਦੱਸ ਦਈਏ, ਜਿਸ ਮੁਤਾਬਕ ਪੋਰਟ ਵੈਨਕੂਵਰ ਦੇ ਵੱਲੋਂ ਜਿਹੜਾ ਫੈਸਲਾ ਪੁਰਾਣੇ ਟਰੱਕਾਂ ਨੂੰ ਲੈ ਕੇ ਲਿੱਤਾ ਗਿਆ ਸੀ, ਉਹ ਫੈਸਲਾ ਫਿਲਹਾਲ ਦੇ ਲਈ ਡਿਲੇ ਕਰ ਦਿੱਤਾ ਗਿਆ ਹੈ। ਉਸ ਸੰਬੰਧੀ ਕੁਝ ਟਰੱਕ ਚਾਲਕਾਂ ਦੇ ਨਾਲ ਸਾਡੀ ਗੱਲਬਾਤ ਹੋਈ ਹੈ। तमाम ਜਾਣਕਾਰੀ ਸਾਂਝੀ ਕਰਾਂਗੇ। ਫਿਲਹਾਲ ਸ਼ੁਰੂਆਤ ਕਰ ਲੈਂਦੇ ਹਾਂ ਹੈਡਲਾਈਨਸ ਦੇ ਨਾਲ। कोविड-19 ਦੀ ਔਰਲ ਗੋਲੀ ਪੈਕਸਲੋਵਿਡ ਕੈਨੇਡਾ ਦੇ ਵਿੱਚ ਮਨਜ਼ੂਰ। ਹੈਲਥ ਕੈਨੇਡਾ ਨੇ ਸੋਮਵਾਰ ਨੂੰ ਕੀਤਾ ਦਵਾਈ ਸੰਬੰਧੀ ਐਲਾਨ। ਬਾਰ, ਜਿਮ ਤੇ ਰੈਸਟੋਰੈਂਟ ਕਰ ਰਹੇ ਨੇ ਖੁੱਲ੍ਹਣ ਦੇ ਫੈਸਲੇ ਦਾ ਇੰਤਜ਼ਾਰ। ਮੰਗਲਵਾਰ ਨੂੰ ਖਤਮ ਹੋਣ ਜਾ ਰਹੀ ਹੈ ਬੰਦ ਦੀ ਮਿਆਦ। ਵੈਨਕੂਵਰ ਪੋਰਟ ਨੇ 10 ਸਾਲ ਪੁਰਾਣੇ ਟਰੱਕਾਂ ਦਾ ਫੈਸਲਾ ਫਿਲਹਾਲ ਕੀਤਾ ਡਿਲੇ। ਟਰੱਕ ਡਰਾਈਵਰਾਂ ਨੂੰ ਕੁਝ ਸਮੇਂ ਲਈ ਰਾਹਤ। ਖਬਰਾਂ ਵਿਸਥਾਰ ਦੇ ਨਾਲ। ਅਹਿਮ ਖਬਰ ਦੱਸਦੀਏ, ਫਾਈਜ਼ਰ ਦੀ ਪੈਕਸਲੋਵਿਡ ਕੋਵਿਡ-19 ਐਂਟੀਵਾਇਰਲ ਗੋਲੀ ਨੂੰ ਕੈਨੇਡਾ ਦੇ ਵਿੱਚ ਵਰਤੋਂ ਦੇ ਲਈ ਮਨਜ਼ੂਰੀ ਦੇ ਦਿੱਤੀ ਗਈ ਹੈ। ਹੈਲਥ ਕੈਨੇਡਾ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਉਸਨੇ ਕੋਵਿਡ-19 ਵਿਰੁੱਧ ਜਿਹੜੀ ਹੈ ਉਹ ਫਾਈਟ ਕਰਨ ਦੇ ਲਈ ਫਾਈਜ਼ਰ ਦੀ ਐਂਟੀਵਾਇਰਲ ਗੋਲੀ ਪੈਕਸਲੋਵਿਡ ਦਵਾਈ ਨੂੰ ਜਿਹੜੀ ਹੈ ਉਹ ਮਨਜ਼ੂਰੀ ਦੇ ਦਿੱਤੀ ਹੈ। ਹੈਲਥ ਕੈਨੇਡਾ ਨੇ ਕਿਹਾ ਹੈ ਕਿ ਪੈਕਸਲੋਵਿਡ 18 ਸਾਲ ਤੇ ਇਸ ਤੋਂ ਵੱਧ ਉਮਰ ਦੇ ਬਾਲਗਾਂ ਨੂੰ ਦਿੱਤੀ ਜਾ ਸਕਦੀ ਹੈ ਜੋ ਕੋਵਿਡ-19 ਲਈ ਸਕਾਰਾਤਮਕ ਨੇ ਤੇ ਹਲਕੀ ਜਾਂ ਦਰਮਿਆਨੀ ਬਿਮਾਰੀ ਦਾ ਅਨੁਭਵ ਕਰ ਰਹੇ ਨੇ ਤੇ ਜਿਨ੍ਹਾਂ ਨੂੰ ਵਧੇਰੇ ਗੰਭੀਰ ਰੂਪ ਦੇ ਵਿੱਚ ਬਿਮਾਰ ਹੋਣ ਦਾ ਖਤਰਾ ਹੈ। ਇਲਾਜ ਜਿਸ ਨੂੰ ਤਜਵੀਜ਼ ਕੀਤਾ ਜਾਣਾ ਹੈ ਵਿੱਚ 2 ਵੱਖ-ਵੱਖ ਦਵਾਈਆਂ ਦੀਆਂ 3 ਗੋਲੀਆਂ ਦਿਨ ਦੇ ਵਿੱਚ 2 ਵਾਰ 5 ਦਿਨਾਂ ਦੇ ਲਈ ਸ਼ਾਮਿਲ ਹੈ। ਇਹ ਇੱਕ ਪੋਜ਼ਿਟਿਵ ਕੋਵਿਡ-19 ਟੈਸਟ ਤੋਂ ਬਾਅਦ ਤੇ ਲੱਛਣਾਂ ਦੀ ਸ਼ੁਰੂਆਤ ਤੋਂ 5 ਦਿਨਾਂ ਦੇ ਅੰਦਰ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ। ਪਿਛਲੇ ਮਹੀਨੇ ਫੈਡਰਲ ਸਰਕਾਰ ਨੇ ਐਲਾਨ ਕੀਤਾ ਕਿ ਉਸਨੇ ਫਾਈਜ਼ਰ ਦੇ ਨਾਲ ਇਸ ਦੇ ਇਲਾਜ ਦੇ 10 ਲੱਖ ਕੋਰਸ ਖਰੀਦਣ ਦੇ ਲਈ ਇੱਕ ਖਰੀਦ ਸਮਝੌਤੇ ਤੇ ਦਸਤਖਤ ਕੀਤੇ ਨੇ। ਰੈਗੂਲੇਟਰੀ ਪ੍ਰਵਾਨਗੀ ਅਜੇ ਬਾਕੀ ਹੈ। ਖਰੀਦ ਮੰਤਰੀ ਫਲਾਮੇਨਾ ਨੇ ਕਿਹਾ ਹੈ ਕਿ ਕੈਨੇਡਾ ਦੇ ਕੋਲ ਇਲਾਜ ਦੇ ਵਾਧੂ 5 ਲੱਖ ਕੋਰਸ ਖਰੀਦਣ ਦਾ ਵਿਕਲਪ ਹੈ। ਫਾਈਜ਼ਰ ਦੇ ਬੁਲਾਰੇ ਨੇ ਦੱਸਿਆ ਹੈ ਕਿ ਕੰਪਨੀ ਕੈਨੇਡਾ ਦੇ ਵਿੱਚ ਤੁਰੰਤ ਡਿਲੀਵਰੀ ਸ਼ੁਰੂ ਕਰਨ ਦੇ ਲਈ ਤਿਆਰ ਹੈ। ਕੁਝ ਸਪਲਾਈ ਪਹਿਲਾਂ ਹੀ ਦੇਸ਼ ਦੇ ਵਿੱਚ ਹੈ ਤੇ ਇਸ ਹਫ਼ਤੇ ਵੰਡੀ ਜਾਵੇਗੀ। ਹਾਲਾਂਕਿ ਇਹ ਇਸ ਸਮੇਂ ਸੀਮਿਤ ਹੈ। ਹੁਣ ਕੈਨੇਡਾ ਨੇ ਪੈਕਸਲੋਵਿਡ ਦੇ 3400 ਇਲਾਜ ਕੋਰਸ ਪ੍ਰਾਪਤ ਕੀਤੇ ਨੇ। ਜਨਵਰੀ ਤੇ ਮਾਰਚ ਦੇ ਵਿਚਕਾਰ ਜਿਹੜਾ ਹੈ ਉਹ 1,20,000 ਹੋਰ ਡਿਲੀਵਰੀ ਹੋਣ ਦੀ ਉਮੀਦ ਹੈ। ਟ੍ਰਾਈਮ ਨੇ ਕਿਹਾ ਕਿ ਸੰਘੀ ਅਧਿਕਾਰੀ ਇੱਕ ਡਿਲੀਵਰੀ ਕਾਰਜਕ੍ਰਮ ਨੂੰ ਪੱਕਾ ਕਰਨ ਦੇ ਲਈ ਕੰਮ ਕਰ ਰਹੇ ਨੇ। ਉਹਨਾਂ ਕਿਹਾ ਕਿ ਸੂਬੇ ਦੇ ਪ੍ਰਵੇਸ਼ ਫੰਡ ਦਾ ਜਿਹੜਾ ਪ੍ਰਬੰਧਨ ਹੈ ਉਹ ਕਰਨਗੇ। ਮੰਗਲਵਾਰ ਦੇ ਫੈਸਲੇ ਦਾ ਇੰਤਜ਼ਾਰ, ਯਾਨੀ ਕਿ ਕੱਲ ਮੰਗਲਵਾਰ ਨੂੰ ਖਤਮ ਹੋਣ ਵਾਲੀਆਂ ਪਾਬੰਦੀਆਂ ਦੇ ਨਾਲ ਜਿਮ ਬਾਰ BC ਦੇ ਅਗਲੇ ਕਦਮਾਂ ਦੀ ਬੇਸਬਰੀ ਦੇ ਨਾਲ ਉਡੀਕ ਕਰ ਰਹੇ ਨੇ ਕਿਉਂਕਿ ਕਾਰੋਬਾਰ ਜਿਨ੍ਹਾਂ ਦੇ ਲਈ ਹੁਕਮ ਹੋਏ ਸੀ ਬੰਦ ਕਰਨ ਦੇ, ਉਹ ਫੈਸਲਾ ਮੰਗਲਵਾਰ ਯਾਨੀ ਕਿ ਕੱਲ ਖਤਮ ਹੋਣ ਜਾ ਰਿਹਾ ਹੈ। ਕੁਝ ਜਿਮ ਮਾਲਕਾਂ ਦਾ ਕਹਿਣਾ ਹੈ ਕਿ ਉਹ ਸਵੇਰੇ ਸਭ ਤੋਂ ਪਹਿਲਾਂ ਦੁਬਾਰਾ ਖੁੱਲ੍ਹਣ ਦੀ ਯੋਜਨਾ ਬਣਾ ਰਹੇ ਨੇ, ਜਦੋਂ ਕਿ ਦੂਜੇ ਥੋੜੇ ਸਾਵਧਾਨ ਹੋ ਰਹੇ ਨੇ ਕਿ ਆਫੀਸ਼ੀਅਲ ਐਲਾਨ ਦਾ ਜਿਹੜਾ ਹੈ ਇੰਤਜ਼ਾਰ ਕਰਨਾ ਚਾਹੀਦਾ ਹੈ। BC ਅਲਾਇੰਸ ਆਫ ਬੇਵਰੇਜ ਤੋਂ ਜੈਫ ਦਾ ਕਹਿਣਾ ਹੈ ਕਿ ਹਰ ਕੋਈ ਇਸ ਸਮੇਂ ਆਪਣੇ ਸਾਹ ਰੋਕ ਕੇ ਇਹ ਜਾਣਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਕੱਲ ਹੋਣ ਕੀ ਜਾ ਰਿਹਾ ਹੈ। ਇਹ ਸਾਡੇ ਉਦਯੋਗ ਦੇ ਲੋਕਾਂ ਦੇ ਲਈ ਸਹੀ ਯੋਜਨਾ ਬਣਾਉਣਾ ਅਸੰਭਵ ਬਣਾਉਂਦਾ ਹੈ। ਇਸ ਦੇ ਲਈ ਅੱਜ ਇੱਥੇ ਥੋੜੀ ਨਿਰਾਸ਼ਾ ਵੀ ਹੈ। ਜਿਵੇਂ ਹੀ ਸੂਬੇ ਦਾ ਫੈਸਲਾ ਆਇਆ ਸੀ ਵਿਅਕਤੀਗਤ ਰੂਪ ਦੇ ਵਿੱਚ ਇਕੱਠ ਘਟਾਉਣ ਦਾ, ਜਿਸ ਦੇ ਵਿੱਚ ਪਬ, ਬਾਰ, ਨਾਈਟ ਕਲੱਬ, ਰੈਸਟੋਰੈਂਟਸ ਤੇ ਬੰਦ ਕਰਨੇ ਪਏ ਤਾਂ ਕਾਫੀ ਲੋਕਾਂ ਨੂੰ ਇਸ ਦਾ ਨੁਕਸਾਨ ਹੋਇਆ। ਕੁਝ ਖੇਤਰੀ ਆਦੇਸ਼ਾਂ ਦੇ ਸਮੇਤ ਵਾਧੂ ਪਾਬੰਦੀਆਂ ਜਿਹੜੀਆਂ ਉਹ ਲਾਗੂ ਨੇ। ਓਮਿਕਰੋਨ ਵੇਰੀਐਂਟ ਦੇ ਵੱਧਦੇ ਮਾਮਲਿਆਂ ਦੇ ਜਵਾਬ ਦੇ ਵਿੱਚ ਜਿਮ ਤੇ ਬਾਰਾਂ ਨੂੰ ਬੰਦ ਕਰਨ ਦੇ ਉਪਾਅ 22 ਦਸੰਬਰ ਨੂੰ ਲਾਗੂ ਹੋਏ। ਇਸ ਦੌਰਾਨ ਇਕੱਠਾਂ ਦੇ ਸਮੇਤ ਹੋਰ ਪਾਬੰਦੀਆਂ 31 ਜਨਵਰੀ ਨੂੰ ਖਤਮ ਹੋਣ ਵਾਲੀਆਂ ਨੇ। BC ਦੇ ਵੈਕਸੀਨ ਪਾਸਪੋਰਟ ਦੀਆਂ ਲੋੜਾਂ ਉਸ ਸਮੇਂ ਤੱਕ ਲਾਗੂ ਨੇ। ਹੁਣ ਜਿਨ੍ਹਾਂ ਨੇ BC ਫੈਰੀਜ਼ ਦੇ ਵਿੱਚ ਜਾਣਾ ਹੈ ਉਹਨਾਂ ਨੂੰ ਅਧੂਰੀ ਜਾਣਕਾਰੀ ਹੈ। ਉਸ ਜਾਣਕਾਰੀ ਲਈ ਦੱਸ ਦਈਏ ਕਿ BC ਫੈਰੀਜ਼ ਦੇ ਇੱਕ ਬੁਲਾਰੇ ਦਾ ਇਹ ਕਹਿਣਾ ਹੈ ਕਿ ਸਵਾਰੀਆਂ ਨੂੰ ਕਿਸੇ ਵੀ ਟਰਮੀਨਲ ਦੇ ਉੱਤੇ ਪਹੁੰਚਣ ਤੋਂ ਪਹਿਲਾਂ ਇੱਕ ਵਾਰ ਸੇਵਾਵਾਂ ਬਾਰੇ ਪਤਾ ਲੈਣਾ ਚਾਹੀਦਾ ਹੈ, ਯਾਨੀ ਕਿ ਕਾਲ ਕਰੋ ਜਾਂ ਜਿਵੇਂ ਵੀ ਕੰਟੈਕਟ ਕਰੋ, ਪਰ ਜਾਣਕਾਰੀ ਹਾਸਲ ਜ਼ਰੂਰ ਕਰੋ। ਡੈਨ ਮੈਕੈਂਤੋਸ਼ ਨੇ ਕਿਹਾ ਹੈ ਕਿ ਬੀਤੇ ਕੁਝ ਸਮੇਂ ਦੇ ਵਿੱਚ ਸਟਾਫ ਦੀ ਘਾਟ ਕਾਰਨ ਸੇਲਿੰਗਸ ਪ੍ਰਭਾਵਿਤ ਹੋ ਰਹੀਆਂ ਨੇ ਤੇ ਉਹਨਾਂ ਕਿਹਾ ਹੈ ਕਿ ਕਰਮਚਾਰੀਆਂ ਦੇ ਵਿੱਚ ਕੋਵਿਡ-19 ਦੀ ਇਨਫੈਕਸ਼ਨ ਕਾਰਨ ਜਾਂ ਆਮ ਸੀਜ਼ਨਲ ਕੋਲਡ ਤੇ ਫਲੂ ਦੇ ਕਾਰਨ ਕੰਮ ਤੇ ਪਹੁੰਚਣਾ ਮੁਸ਼ਕਿਲ ਹੁੰਦਾ ਰਿਹਾ ਹੈ ਤੇ ਕਈ ਮੌਕਿਆਂ ਤੇ ਇੰਨੇ ਕਰਮਚਾਰੀ ਹਾਜ਼ਰ ਨਹੀਂ ਹੁੰਦੇ ਕਿ ਫੈਰੀ ਯਾਤਰਾ ਨੂੰ ਮੁਮਕਿਨ ਬਣਾਇਆ ਜਾ ਸਕੇ। ਉਹਨਾਂ ਇਹ ਵੀ ਕਿਹਾ ਕਿ ਬਹੁਤੇ ਸਟਾਫ ਨੂੰ
क्रॉस ट्रेन किया गया है तो वो किसी की गैर हाज़री दे विच उन्हां दी जिम्मेवारी संभाल सकते हैं। पर उन्होंने कहा कि कुछ क्रू मैंबर जिवें कि कैप्टन या फिर इंजीनियर्स का काम अजिहा है जो किसी होर दे वल्लों नहीं संभालिया जा सकता। याद रहे ये जानकारी उस वेले दी गई है जद इस वीकेंड के दौरान हर्षो बे अते ननाइमो विचाले स्टाफिंग शॉर्टेज कारण 4 फेरी यात्रावां जिहड़ियां ने वो रद्द कीतियां गईयां ने। अगे देखते हैं एडवेंटन तो साडे सीनियर पत्रकार कुलमीत सिंह संघा दी एक खास अपडेट। चैनल पंजाबी देख रहे समूह दर्शकों को कुलमीत सिंह वालों निੱਘੀ जी आया। वाहिगुरू जी का खालसा वाहिगुरू जी की फतेह। एडमिंटन शहर तो दोस्तों एक खबर लैके तुहाडे लई हाज़र हो रहा। वो खबर यह है कि UCP पार्टी के जिहड़े साडे इत्थे अल्बर्टा दे विच जस्टिस मिनिस्टर ने KC मैडू हुरी उन्होंने $300 का जी जुर्माना होया। तुसीं पुछोगे कि वो जुर्माना क्यों होया। वो जुर्माना मतलब $300 की जी टिकट उन्होंने मिली है जी वो तो ये लगता है भी वो सैलफोन ते गलबात कर रहे थे जदों स्कूल जोन विच सीगे। ये गल हैगी है जी मार्च 10 2021 की और ये $300 का उन्होंने टिकट दिता गया और बाद दे विच KC मैडू हुरा ने वो टिकट मिलने तो तुरंत बाद दे विच जिहड़ा एडमिंटन का पुलिस चीफ है मिस्टर मखफी उन्होंने फोन किया तो उन्होंने टिकट जिहड़ी है डिस्कस की नाल दी नाल जिहड़ी गलबात लैथब्रिज दे विच हो रही सी पुलिस की उहदे बारे उन्होंने गल की कि हाँ बई जिहड़े कलर दे लोग हैगे आ उन्होंने रोकिया जाता वक्रे तौर के उत्ते इदां दी गलबात की है। जिहड़े पुलिस चीफ ने मिस्टर मखफी हुरी उन्हों का कहना है भी उन्होंने मैनू ये नहीं कहा भी मैं टिकट चों किवें बाहर निकल सकदा। वो कहते भी हरेक बंदे नूं ये जिहड़े अपने गहने आ ये तो पाउणे ही पैणगे जिंदगी ते जिहड़े उन्हें कमाए आ। सो KC मैडू हुरा ने वो टिकट बारे वो कहते उदां गल नहीं की भी मैनू ये चों कोई छुटकारा मिले। पर जिहड़ी माउंट रॉयल यूनिवर्सिटी हैगी जी कैलगरी दे विच उत्थे एक माहर आ उन्हां दा कहना भी ये जिहड़ा काम KC मैडू हुरा ने कीता वो कहते बिल्कुल इनअप्रोप्रीएट आ नहीं सी करना चाहिए क्योंकि ये जिहड़ा फासला बना के रखना चाहिए सरकारी अधिकारियों का और जस्टिस डिपार्टमेंट का भी उन्होंने अपना काम करन देना चाहिए। पर इस तरह करन दे नाल वो कहते भी गलबात ठीक नहीं हुंदी। ये CBC वालियां ने यह खबर कढ़ी है जदों CBC वालियां ने KC मैडू के दफ्तर के नाल राबता कायम करन दी कोशिश की भी इस गल का जवाब लिया जाए तो उतों उन्होंने कोई जवाब जिहड़ा जी नहीं मिलिया। तो दूसरे पासे जिहड़ी है जी वो तुहानूं पता भी जिहड़ियां दूसरियां धिरां हुंदियां अक्सर उस गल नूं चक्किया जांदा आ। पर इस वेले KC मैडू हुरां ते ये जिहड़े आ दोष लगे आ भई इन्हां नूं जदों टिकट मिली है पहली गल तो है जी भी जे वो आप जस्टिस मिनिस्टर आ तो वो इस तरह कर रहा है वो गलत गल है। चलो उन्हें गलती की तो टिकट मिली तो फिर उन्होंने पुलिस चीफ नूं फोन नहीं सी करना चाहिए जिहदे तो शक पैंदा भी किते हो सकता टिकट तो बाहर निकलण की गलबात की गई होवे। हालांकि पुलिस चीफ कहता भी इदां दी कोई गल नहीं हुई। चैनल पंजाबी लई कुलमीत सिंह संघा एडमिंटन। जी तो फिलहाल रुकते हैं एक छोटे जे ब्रेक के लिए। ब्रेक तो बाद देखांगे ट्रकों संबंधी की आया अपडेट। स्वागत है ब्रेक तो बाद सारे दर्शकों का। वैनकूवर पोर्ट का पुराने ट्रकों संबंधी फैसला जो कि 1 फरवरी तो लागू होना सी फिलहाल तो टल चुकिया है। हाल की घड़ी तो इस फैसले नूं डिले कर दिता गया है जिस दे नाल ट्रक इंडस्ट्री दे नाल जुड़े लोग राहत महसूस कर रहे हैं। नाल ही सवाल कर रहे हैं कि फैसला महज कुछ समय लिए डिले करना कोई खुशखबरी नहीं है। ऐना ही नहीं पंजाबी ट्रक ड्राइवरां दा तां ज़्यादातर इस खेतर दे नाल जुड़े होना ते पोर्ट दा इस तरह का फैसला आना उन्हां नूं रेसिज्म वर्गा जाप रहा है। आओ सुनदे हां इन्हां ट्रक ड्राइवरां दा आखिरकार की कहना है।
10 ਸਾਲ ਪੁਰਾਣੇ ਜਿਹੜੇ ਟਰੱਕ ਹੈ ਉਹਨਾਂ ਲਈ ਜੋ ਫਰਮਾਨ ਜਾਰੀ ਹੋਇਆ ਸੀ ਉਸ ਨੂੰ ਲੈ ਕੇ ਜਿਹੜੇ ਟਰੱਕਾਂ ਵਾਲੇ ਉਹ ਕਾਫੀ ਪਰੇਸ਼ਾਨ ਸੀ ਕਿਉਂਕਿ ਰੋਜ਼ੀ ਰੋਟੀ ਦੇ ਉੱਤੇ ਸਿੱਧਾ ਅਟੈਕ ਹੋ ਰਿਹਾ ਸੀ। ਜਿਸ ਤੋਂ ਬਾਅਦ ਇਹ ਫੈਸਲਾ ਜਿਹੜਾ ਅੱਜ ਪਹੁੰਚ ਚੁੱਕਿਆ ਹੈ ਕਿ ਡਿਲੇ ਇਸ ਫੈਸਲੇ ਨੂੰ ਫਿਲਹਾਲ ਵੈਨਕੂਵਰ ਪੋਰਟ ਨੇ ਕਰ ਦਿੱਤਾ ਹੈ। ਇਹ ਡਿਲੇ ਕਰ ਦਿੱਤਾ ਗਿਆ ਪਰ ਕੋਈ ਤਾਰੀਖ ਅਜੇ ਨਹੀਂ ਮਿੱਥੀ ਗਈ ਕਿ ਕਦੋਂ ਤੱਕ ਇਹ ਫੈਸਲਾ ਜਿਹੜਾ ਹੈ ਉਹ ਠੰਡੇ ਬਸਤੇ ਵਿੱਚ ਰਹੇਗਾ ਤੇ ਕਦੋਂ ਇਹ ਫੇਰ ਜ਼ਿੰਦਾ ਹੋ ਕੇ ਇਹਨਾਂ ਟਰੱਕਾਂ ਵਾਲਿਆਂ ਦੇ ਉੱਤੇ ਮਾਰ ਪਾਏਗਾ। ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਫੈਸਲਾ ਜਦੋਂ ਪਹੁੰਚਿਆ ਤਾਂ ਉਹਨਾਂ ਨੂੰ ਕਿਵੇਂ ਦਾ ਮਹਿਸੂਸ ਹੋ ਰਿਹਾ ਹੈ। ਜੀ ਕਾਫੀ ਦਿਨਾਂ ਤੋਂ ਤਾਂ ਜਿਹੜੀ ਹਲਚਲ ਮਚੀ ਹੋਈ ਸੀ, ਤੁਸੀਂ ਸਾਰੇ ਕਾਫੀ ਜ਼ਿਆਦਾ ਪਰੇਸ਼ਾਨ ਸੀ। ਹੁਣ ਜਦੋਂ ਵੈਨਕੂਵਰ ਪੋਰਟ ਦੇ ਵੱਲੋਂ ਇਹਨੂੰ ਡਿਲੇ ਕਰਨ ਦਾ ਫੈਸਲਾ ਆ ਗਿਆ ਵੀ ਇਹ ਫੈਸਲਾ ਜਿਹੜਾ ਹੱਲੇ ਡਿਲੇ ਕਰ ਦਿੱਤਾ ਜਾਏ, ਤਾਰੀਖ ਕੋਈ ਨਹੀਂ ਪਹੁੰਚੀ, ਕੀ ਕਹਿਣਾ ਚਾਹੋਗੇ? ਥੋੜੀ ਰਾਹਤ ਮਹਿਸੂਸ ਹੋ ਰਹੀ ਹੈ? ਦੇਖੋ ਬਹੁਤ ਵੱਡਾ ਰਿਲੀਫ ਹੈ ਜੀ। ਸੋ ਜਿਹੜੇ ਵੀਰਾਂ ਦੀ ਆਬਵੀਅਸਲੀ ਕਿਉਂਕਿ ਜੌਬ ਕਰਕੇ ਕੋਵਿਡ ਦੇ ਕਰਕੇ ਪਹਿਲੇ ਕਾਫੀ ਬੜੀਆਂ ਤੰਗੀਆਂ ਪਰੇਸ਼ਾਨੀਆਂ, ਪਰ ਜਿਨ੍ਹਾਂ ਦੇ ਲਈ ਇਹ ਧੌਣ ਤੇ ਤਲਵਾਰ ਸੀਗੀ ਵੀ ਈਦਰ ਜਾਂ ਟਰੱਕ ਨਵਾਂ ਲਊਗੇ ਜਾਂ ਉਹਨਾਂ ਨੂੰ ਸਿਸਟਮ ਚੋਂ ਬਾਹਰ ਹੋਣਾ ਪਊਗਾ, ਉਹਨਾਂ ਲਈ ਬਹੁਤ ਵੱਡੀ ਰਿਲੀਫ ਆ। ਸੋ ਇੱਕ ਸਾਰਿਆਂ ਤੋਂ ਵੱਡੀ ਗੱਲ ਸੀ ਕੋਵਿਡ ਦੇ ਕਰਕੇ ਨਵੇਂ ਟਰੱਕ ਨਹੀਂ ਮਿਲਦੇ। ਜੇ ਨਵੇਂ ਟਰੱਕ ਨਹੀਂ ਮਿਲਦੇ ਆਬਵੀਅਸਲੀ ਲੋਕਲ ਇੰਡਸਟਰੀ ਦੇ ਵਿੱਚ ਜ਼ਿਆਦਾਤਰ ਪੁਰਾਣੇ ਟਰੱਕ ਹੀ ਲੈ ਕੇ, ਕਿਉਂਕਿ ਲੋਕਲ ਟਰੱਕ ਘੱਟ ਚੱਲਣਾ ਹੁੰਦਾ ਹਾਈਵੇ ਤੇ ਜ਼ਿਆਦਾ, ਸੋ ਉਹ ਨਵੇਂ ਟਰੱਕ ਮਿਲਦੇ ਨਹੀਂ ਸੀਗੇ। ਉਹਦੇ ਕਰਕੇ ਜਿਹੜੀ ਲੋਕਲ ਜਾਂ ਯੂਜ਼ਡ ਟਰੱਕ ਮਾਰਕੀਟ ਆ ਉਹਦੇ 'ਚ 3 ਟਾਈਮਸ ਪ੍ਰਾਈਸ ਹੋ ਗਈ ਸੀ। ਸੋ ਉਹ ਚੀਜ਼ ਕਰਕੇ ਮੰਨ ਲਓ ਵਿਲਿੰਗ ਫੁੱਲ ਵੀ ਕੋਈ ਲੈਣਾ ਚਾਹੁੰਦਾ ਵੀ ਜੇ ਸੀਗਾ, ਉਹਨਾਂ ਨੂੰ 3 ਟਾਈਮਸ ਪ੍ਰਾਈਸ ਪੇ ਕਰਕੇ ਟਰੱਕ ਮਿਲਦੇ ਸੀ। ਤੇ ਉਹ ਟਰੱਕ ਕਿੰਨਾ ਚਿਰ ਚੱਲਣਾ ਆ? ਮੰਨ ਲਓ ਜੇ ਤੁਸੀਂ 5 ਸਾਲ ਪੁਰਾਣਾ ਟਰੱਕ ਲੈ ਲਿਆ, 3 ਟਾਈਮਸ ਯੂਜ਼ਡ ਟਰੱਕ ਪ੍ਰਾਈਸ ਪੇ ਕਰਕੇ ਵੀ ਉਹ ਸਿਰਫ 5 ਸਾਲ ਚੱਲਣਾ ਸੀ। ਉਸ ਤੋਂ ਬਾਅਦ ਫੇਰ ਬ੍ਰੈਂਡ ਨਿਊ ਟਰੱਕ ਤੇ ਜਾਣਾ ਪੈਣਾ ਸੀ। ਸੋ ਇੱਕ ਬਹੁਤ ਵੱਡੀ ਰਿਲੀਫ ਹੈ। ਰਿਲੀਫ ਦੇ ਨਾਲ ਤੁਹਾਨੂੰ ਕਿਤੇ ਨਾ ਕਿਤੇ ਇਸ ਗੱਲ ਦਾ ਡਰ ਸਤਾ ਰਿਹਾ ਹੈ ਵੀ ਕੋਈ ਡੇਟ ਨਹੀਂ ਫਿਕਸ ਕੀਤੀ ਗਈ, ਹੋ ਸਕਦਾ ਹੈ 6 ਮਹੀਨਿਆਂ ਬਾਅਦ 5 ਮਹੀਨਿਆਂ ਬਾਅਦ ਇਹ ਮੁੱਦਾ ਫਿਰ ਤੋਂ ਜ਼ਿੰਦਾ ਹੋ ਜਾਏ, ਫਿਰ ਤੋਂ ਕਹਿ ਦੇਣ ਪੋਰਟ ਵੈਨਕੂਵਰ ਦੇ ਵੱਲੋਂ ਇਹ ਡਿਸੀਜਨ ਆ ਜਾਏ। ਸੋ ਇਹਨੂੰ ਲੈ ਕੇ ਤੁਹਾਨੂੰ ਕੀ ਕੋਈ ਇਦਾਂ ਦਾ ਭਰੋਸਾ ਦਿੱਤਾ ਗਿਆ ਪੁਖਤਾ ਤੌਰ ਦੇ ਉੱਤੇ ਜਿਹਦੇ ਨਾਲ ਤੁਸੀਂ ਰਿਲੀਫ ਵਾਕਈ ਮਹਿਸੂਸ ਕਰੋ? ਦੇਖੋ ਪੋਰਟ ਵੱਲੋਂ ਕੋਈ ਸਾਨੂੰ ਬਹੁਤਾ ਭਰੋਸਾ ਨਹੀਂ, ਨਾ ਹੀ ਪੋਰਟ ਜਿਹੜਾ ਉਹ ਟਰਸਟ ਲੂਜ਼ ਕਰ ਚੁੱਕਿਆ ਇੰਡਸਟਰੀ ਦਾ। ਪਰ ਜਿਹੜਾ ਟਰਾਂਸਪੋਰਟ ਕੈਨੇਡਾ ਆ ਜਾਂ ਫੈਡਰਲ ਕੈਨੇਡੀਅਨ ਟਰਾਂਸਪੋਰਟੇਸ਼ਨ ਮਿਨਿਸਟਰ ਆ, ਉਹਨਾਂ ਨੇ ਕਾਫੀ ਵਧੀਆ ਰੋਲ ਇਹਦੇ 'ਚ ਅਦਾ ਕੀਤਾ। ਸੋ ਪੋਰਟ ਨੇ ਜਿਹੜੀ ਲੈਟਰ ਵੀ ਕੱਢੀ ਉਹਦਾ ਵੀ ਇੱਕ ਪਾਰਟ ਆ ਵੀ ਸਟੇਕ ਹੋਲਡਰਸ ਤੋਂ ਇਨਪੁਟ ਲਊਗੇ। ਸੋ ਉਹ ਇਨਪੁਟ ਲੈ ਕੇ ਫਿਰ ਫਾਈਨਲਾਈਜ਼ ਕਰੂਗੇ। ਪਰ ਅਸੀਂ ਜਿਹੜਾ ਫਰਦਰ ਟਾਕ ਜਿਹੜੀ ਆ ਟਰਾਂਸਪੋਰਟ ਕੈਨੇਡਾ ਦੇ ਨਾਲ, ਉਹ ਇੱਕ ਟੇਬਲ ਟਾਕ ਹੋਊਗੀ। ਸੋ ਜੋ ਵੀ ਫੇਅਰ ਪ੍ਰੋਸੀਜਰ ਹੋਊਗਾ ਦੇ ਹੈਵ ਟੂ ਅਡਾਪਟ ਦੈਟ। ਸੋ ਬੇਸਿਕਲੀ ਅਸੀਂ এনवायरमेंट ਦੇ ਖਿਲਾਫ ਨਹੀਂ ਕਿਤੇ ਵੀ, ਵੀ ਆਰ, ਕਿਉਂਕਿ ਸਾਨੂੰ ਵੀ ਪਤਾ ਅਸੀਂ ਅਗਲੀ ਜਨਰੇਸ਼ਨ ਨੂੰ ਇੱਕ ਸਾਫ਼ এনवायरमेंट ਦੇਣਾ। ਪਰ ਕੀ ਟਰੱਕ ਸਿਰਫ 10% ਟਰੱਕ ਬਦਲੀ ਕਰਕੇ এনवायरमेंट ਸਾਫ਼ ਹੋ ਜੂ? ਨਾ। ਜਿੰਨਾ ਚਿਰ ਦੇਖੋ ਇੱਕ ਹੋਰ ਵੱਡੀ ਜਿਹੜੀ ਚੀਜ਼ ਆ, ਇਹ ਟਰੱਕ ਇੰਨਾ ਪੋਲਿਊਸ਼ਨ ਨਹੀਂ ਕਰਦੇ ਜਿੰਨਾ ਰੌਲਾ ਪਾਇਆ ਜਾ ਰਿਹਾ। ਜੇ ਓਵਰਆਲ ਦੇਖੀਏ ਤਾਂ ਜਿੰਨਾ ਵੈਨਕੂਵਰ ਦਾ ਪੋਰਟ ਜਿਹੜਾ ਜਿੰਨਾ ਕੋਲਾ ਐਕਸਪੋਰਟ ਕਰਦਾ, ਉਹ ਇੰਨਾ ਕੁ ਪੋਲਿਊਸ਼ਨ ਕਰਦਾ ਆ ਵੀ ਜੇ 1.4 ਬਿਲੀਅਨ ਕਾਰਾਂ ਲਗਾਤਾਰ ਚੱਲਣ, ਉਹਨਾਂ ਧੂਆਂ ਕੱਲਾ ਵੈਨਕੂਵਰ ਤੋਂ ਕੋਲਾ ਜਿੰਨਾ 1 ਸਾਲ 'ਚ ਐਕਸਪੋਰਟ ਹੁੰਦਾ ਉਹਨਾਂ ਹੁੰਦਾ। ਸੋ ਕਿਤੇ ਨਾ ਕਿਤੇ ਦੋਹਰੇ ਮਾਪਦੰਡ ਆ। ਇੱਕ ਪਾਸੇ ਤੁਸੀਂ ਕੋਲਾ ਐਕਸਪੋਰਟ ਕਰ ਰਹੇ ਆ, ਇੱਕ ਪਾਸੇ ਤੁਸੀਂ ਕਹਿ ਰਹੇ ਅਸੀਂ এনवायरमेंट ਨੂੰ ਪ੍ਰੋਟੈਕਟ ਕਰਦੇ ਹਾਂ। ਜੀ ਇਜ਼ ਇਟ ਰਿਲੀਫ ਫॉर ਯੂ? ਹਾਂਜੀ ਹਾਂ, ਟੈਂਪਰੇਰੀ ਰਿਲੀਫ ਤਾਂ ਹੈ, ਪਰ ਇਹਦਾ ਹਜੇ ਦੇਖੋ ਪਰਮਾਨੈਂਟ ਮੋਰੇ ਕੀ ਹੱਲ ਆਉਂਦਾ ਹੈ। ਹਾਂ, ਕਿਉਂਕਿ ਜਿਹੜੀ ਇਹ ਪਾਲਿਸੀ ਇਹਨਾਂ ਨੇ ਬਣਾਈ ਹੈ ਕੋਈ ਇਟ ਡਜ਼ਨਟ ਮੇਕ ਐਨੀ ਸੈਂਸ। ਐਂਡ ਕਿਉਂਕਿ ਦੇਖੋ ਜਿਹੜੇ ਟਰੱਕ ਆ ਸਿਰਫ 10% ਆ ਪੋਰਟ ਤੇ, ਬਾਕੀ ਦੇ ਲੋਕਲ ਹੁਣ ਫੋਰ ਐਗਜ਼ਾਮਪਲ ਜਿਹੜਾ ਮੈਂ ਟਰੱਕ ਵੇਚਣਾ ਵੀ ਆ ਆਪਣਾ, ਉਹ ਵੀ ਇੱਥੇ BC 'ਚ ਹੀ ਚੱਲਣਾ ਵਾ। ਐਂਡ BC ਦੇ ਵਿੱਚ ਹੀ ਆਪਾਂ ਪੋਲਿਊਸ਼ਨ ਘੱਟ ਕਰਨ ਦੀ ਗੱਲ ਕਰ ਰਹੇ ਹਾਂ। ਉਹ ਕਿੱਦਾਂ ਹੋਣਾ ਵਾ ਫਿਰ? ਉਹ ਤੇ ਕਿਉਂਕਿ ਇੱਕ ਚੀਜ਼ ਹੈ ਇੱਕ ਜਗ੍ਹਾ ਤੋਂ ਜਾ ਕੇ ਉਹ ਦੂਜੀ ਜਗ੍ਹਾ ਦੇ ਉੱਤੇ ਜਾਣੀ ਹੈ, ਤੇ ਇਹਦੇ ਵਾਸਤੇ ਕੋਈ ਵੀ ਇਹਨਾਂ ਨੇ ਸਟ੍ਰੈਟਜੀ ਪਲਾਨ ਨਹੀਂ ਕੀਤੀ? ਨੋ, ਕਿਉਂਕਿ ਇਹਦੇ ਵਿੱਚ ਕੋਈ BC ਦਾ ਲਾਅ ਨਹੀਂ ਹੈਗਾ ਵੀ ਤੁਸੀਂ ਟਰੱਕ 10 ਸਾਲ ਤੋਂ ਪੁਰਾਣਾ ਨਹੀਂ ਹੋਣਾ ਚਾਹੀਦਾ। ਜਾਂ ਕਿਉਂਕਿ ਜੇ ਹੁਣ ਮੰਨ ਲਓ ਇਹ ਸਿਰਫ ਪੋਰਟ ਦੀ ਪਾਲਿਸੀ ਹੈ, ਇਹਦੇ ਵਿੱਚ ਹੁਣ BC ਦੇ ਗਵਰਨਮੈਂਟ ਦਾ ਕੋਈ ਲਾਅ ਨਹੀਂ ਆ, ਕੈਨੇਡਾ ਦਾ ਕੋਈ ਨਹੀਂ ਹੈਗਾ। ਉਹ ਸਿਰਫ ਜੇ ਉਹਨਾਂ ਨੇ ਸੈੱਟ ਕਰਨਾ ਚਾਹਣ ਕੋਈ ਓਮਿਸ਼ਨ ਲੈਵਲ ਸਟੈਂਡਰਡ ਸੈੱਟ ਕਰ ਸਕਦੇ ਆ ਵੀ ਇੰਨਾ ਹੋਣਾ ਚਾਹੀਦਾ। ਪਰ ਜਿਹੜਾ ਏਜ ਹੈ ਡਜ਼ਨਟ ਅਫੈਕਟ, ਲਾਈਕ ਉਹਦੇ ਨਾਲ ਕੋਈ ਇਫੈਕਟ ਨਹੀਂ ਹੁੰਦਾ। ਹੁਣ 2015 ਦਾ ਟਰੱਕ ਆ 2020 ਦਾ ਟਰੱਕ ਆ, ਉਹਨਾਂ ਦਾ ਜਿਹੜਾ ਐਮਿਸ਼ਨ ਲੈਵਲ ਸਟੈਂਡਰਡ ਆ ਸੇਮ ਆ। ਸੋ ਜਿਹੜਾ ਤੇ ਤਾਂ ਕਰਕੇ ਜਿਹੜਾ ਏਜ ਦਾ 10 ਸਾਲ ਦਾ ਹੈਗਾ ਵਾ ਰੋਲਿੰਗ ਟਰੱਕ ਏਜ, ਉਹ ਮੇਕ ਸੈਂਸ ਨਹੀਂ ਕਰਦੀ ਕੋਈ। ਹਾਂਜੀ ਯਾ।
ਤੁਹਾਨੂੰ ਕੀ ਲੱਗਦਾ ਹੈ, ਕਾਫੀ ਸਮੇਂ ਤੋਂ ਤੁਸੀਂ ਇਸੇ ਇੰਡਸਟਰੀ ਦੇ ਵਿੱਚੋਂ, ਤੁਹਾਡੀ ਰੋਜ਼ੀ ਰੋਟੀ ਇੱਥੋਂ ਚੱਲਦੀ ਹੈ, ਅਚਾਨਕ ਇੱਕ ਫਰਮਾਨ ਤੁਹਾਡੇ ਸਿਰ ਦੇ ਉੱਤੇ ਆ ਕੇ ਥੋਪ ਦਿੱਤਾ ਜਾਂਦਾ ਹੈ, ਉਹਦੇ ਵਾਸਤੇ ਤੁਹਾਨੂੰ ਕੋਈ ਪਹਿਲਾਂ ਕੋਈ ਡੇਟ ਫਿਕਸ ਕੀਤੀ ਗਈ ਸੀ, ਤੁਹਾਨੂੰ ਕੋਈ ਸਮਾਂ ਦਿੱਤਾ ਗਿਆ ਸੀਗਾ ਇਹਨਾਂ ਟਰੱਕਾਂ ਨੂੰ ਵੇਚਣ ਦਾ, ਔਰ ਉਹਦੇ ਵਾਸਤੇ ਤੁਹਾਡਾ ਜਿਹੜਾ ਇੰਤਜ਼ਾਮ ਹੈ ਉਹ ਕਿਵੇਂ ਕਰਨਾ ਹੈ? ਸਰਕਾਰੀ ਤੌਰ ਦੇ ਉੱਤੇ ਕੋਈ ਇਦਾਂ ਦੀ ਗੱਲ ਹੋਈ ਸੀ? ਹਾਂ ਨਹੀਂ ਜੀ, ਉੱਦਾਂ 10-12 ਸਾਲ ਤੋਂ ਇਦਾਂ ਕਰਦੇ ਆ ਬਈ ਅਸੀਂ ਟਰੱਕ 10 ਸਾਲ ਦੀ ਏਜ ਕਰ ਦੇਣੀ ਹੈ ਜੀ। ਉਦੋਂ ਵੀ ਇਦਾਂ ਚਲਾਤੀ ਸੀ ਨਹੀਂ, ਤੇ ਪਰ ਜਿਹੜੇ ਐਮਿਸ਼ਨ ਟੈਸਟ ਪਹਿਲਾਂ ਨਹੀਂ ਕਰਾਉਣੇ ਕੀਤੇ ਸੀ ਉਹ ਕਰਾਉਂਦੇ ਰਹੇ ਅਸੀਂ 8-10 ਸਾਲ ਕਰਾਉਂਦੇ ਰਹੇ ਆ। ਉਦੋਂ ਬਾਅਦ ਨਹੀਂ 10 ਸਾਲ ਦੀ ਏਜ ਕਰਤੀ, ਪਰ ਏਜ ਜਿਹੜੀ ਕੀਤੀ ਜਾਂ ਤਾਂ ਏਜ ਸਾਰੇ ਪ੍ਰੋਵਿੰਸ ਵਾਈਜ਼ ਕਰਨ ਜਾਂ ਕੈਨੇਡਾ ਵਾਈਜ਼ ਕਰਨ ਨਾ, ਉਹ ਕੱਲੀ ਓਨਲੀ ਪੋਰਟ 4 ਪੋਰਟਾਂ ਦੇ ਕਰਦੇ ਜੀ। ਇੱਕ ਪੋਰਟ ਇਦਾਂ ਦੀ ਹੈ ਜੀ, ਉੱਤੇ ਸਿਰਫ ਕੰਟੇਨਰ ਚੱਕਣ ਜਾਂਦੇ ਜੀ 10 ਸਾਲ ਦੀ ਏਜ ਆ, ਜੇ ਉਹਦੇ ਤੋਂ ਪਾਈਪ ਜਾਂ ਹੋਰ ਆਪਣੇ ਮੈਟਲ ਚੱਕਣ ਜਾਂਦੇ ਆ ਉਹਦੇ ਤੇ ਕੋਈ ਏਜ ਨਹੀਂ ਜੀ ਹੈਗੀ। ਹਾਂਜੀ, ਤੁਹਾਡੀ ਕੋਈ ਗੱਲ ਹੋਈ? ਕਿਉਂਕਿ ਨੋ ਡਾਊਟ ਕਿ ਹੁਣ ਇੱਕ ਸਟੇਟ ਲੈਵਲ ਦੇ ਉੱਤੇ ਜਿਹੜਾ ਇਸ਼ੂ ਸੀਗਾ, ਫੈਡਰਲ ਲੈਵਲ ਦੇ ਉੱਤੇ ਤਾਂ ਬਾਅਦ ਦੀ ਗੱਲ ਸੀਗੀ ਵੀ ਦਖਲ ਦਿੱਤਾ ਜਾਵੇ। ਸਟੇਟ ਲੈਵਲ ਦੇ ਉੱਤੇ ਸੂਬਾ ਸਰਕਾਰ ਦੇ ਕਿਸੇ ਨੁਮਾਇੰਦਿਆਂ ਦਾ ਨਾਲ, ਕਿਸੇ ਐਮਐਲਏ ਨਾਲ, ਕਿਸੇ ਐਮਪੀ ਨਾਲ ਤੁਹਾਡੀ ਕੋਈ ਗੱਲਬਾਤ ਹੋਈ? ਤੁਸੀਂ ਉਹਨਾਂ ਤੱਕ ਪਹੁੰਚ ਕੀਤੀ ਸੀਗੀ ਵੀ ਜਿਹੜਾ ਇਹ ਫਰਮਾਨ ਜਾਰੀ ਹੋਇਆ ਕਿਤੇ ਨਾ ਕਿਤੇ ਇਹਨੂੰ ਰੁਕਵਾਇਆ ਜਾਏ? ਹਾਂ ਕਰਦੇ ਤਾਂ ਹੈਗੀ, ਸਾਡੇ ਯੂਟੀਏ ਦੇ ਜਾਂ ਯੂਟੀ ਦੇ ਮੈਂਬਰ ਸਾਰੇ ਕਰਦੇ ਤਾਂ ਹੈ ਗੱਲਬਾਤ, ਪਰ ਉਹ ਕਿਸੇ ਪਾਸੇ ਗੱਲ ਲਾ ਨਹੀਂ ਰਿਹਾ ਜੀ। ਤੇ ਬਾਕੀ ਜਿਹੜੇ ਫੈਡਰਲ ਗਵਰਨਮੈਂਟ ਦੇ ਉਹ ਜੇ ਸਾਡੇ ਨੁਮਾਇੰਦੇ 2-3 ਕਰ ਰਹੇ, ਜਿੱਦਾਂ ਸੁਖ ਧਾਲੀਵਾਲ ਹੋਇਆ, ਰਣਦੀਪ ਸਰਾਏ ਹੋਇਆ, ਇੱਕ ਬੈਨਕੋਟ ਤੇ ਜੀ, ਤੇ ਜਾਂ ਕੈਨਹਾੜੀ, ਉਹ ਕਰ ਰਹੇ ਸਾਡੇ ਲਈ, ਪਰ ਉਹਨੇ ਕਾਫੀ ਕੁਛ ਕੀਤਾ ਵੀ ਜੀ। ਤੇ ਸ਼ਾਇਦ ਉਹਦੇ ਕਰਕੇ ਸਾਡੀ ਰਿਲੀਫ ਥੋੜੀ ਸਾਨੂੰ ਹੁਣ ਮਿਲੀ ਆ ਜੇ, ਪਰ ਰਿਲੀਫ ਦਾ ਪਤਾ ਨਹੀਂ ਅਜੇ ਸਾਲ ਲਈ ਜਾਂ 6 ਮਹੀਨੇ ਲਈ ਕਿੱਦਾਂ ਆ ਵੀ, ਅਜੇ ਇਦਾਂ ਚੱਲ ਰਹੀ ਹੈ। ਦੇਖੋ ਜੀ ਸਭੀ ਤਾਂ ਹਜੇ ਜੀ ਕੋਈ ਖਾਸ ਹੈ ਨਹੀਂ ਕਿ ਚਲੋ ਇੰਨਾ ਕੁ ਹੈਗਾ, ਸਾਨੂੰ ਸਾਰਿਆਂ ਨੂੰ ਥੋੜਾ ਹੋ ਗਿਆ ਵੀ ਹਾਂ ਜਿਹੜੀ ਫਰਵਰੀ 1 ਤੋਂ ਮੂੰਹ ਹੋਣਾ ਸੀ ਉਹ ਤੋਂ ਚੇਂਜ ਹੋ ਗਏ ਹੈ ਨਾ। ਪਰ ਜੇ ਦੇਖਿਆ ਫਿਊਚਰ ਦੇ ਵਿੱਚ ਅਸੀਂ ਦੇਖਦੇ ਹਾਂ, ਜੇ ਹੁਣ ਕਹਿੰਦੇ ਵੀ ਅਸੀਂ ਲੋਕਲ ਟਰੱਕ ਅਸੀਂ ਡਰਾਈਵ ਕਰਦੇ ਹਾਂ, ਸਾਨੂੰ ਪੇਮੈਂਟ ਹੈ ਨਹੀਂ ਜਾਂ ਅਸੀਂ ਥੋੜਾ ਕੰਮ ਕਰਕੇ ਵੀ ਸਰਦਾ ਸੀਗਾ, ਪਰ ਹੁਣ ਜੇ ਕਹਿੰਦੇ ਇਹ ਕਹਿੰਦੇ ਨਵੇਂ ਟਰੱਕ ਲੈ ਕੇ ਆਉਣੇ 3 ਮਹੀਨੇ ਨੂੰ ਕਹਿੰਦੇ ਲੈ ਕੇ ਆਉਣੇ ਆ, ਪਹਿਲਾਂ ਇਹ ਦੱਸਣ ਵੀ ਕਿੱਥੋਂ ਲੈ ਕੇ ਆਉਣੇ ਅਸੀਂ, ਕਿਉਂਕਿ ਕੋਈ ਡੀਲਰਸ਼ਿਪ ਜਾਂਦੇ ਆ ਉਹ ਤਾਂ ਹੈ ਹੀ ਨਹੀਂ, ਵੇ ਹਾਈ ਹੋਈ ਪਈ ਆ, ਪ੍ਰਾਈਸ ਦੇਖੋ ਪਹਿਲਾਂ ਕਿੰਨੀ ਆ, ਕਿਸੇ ਦੀ ਜੌਬ ਸਕੇਅਰ ਹੈਗੀ ਆ। ਸਰ ਨਵੇਂ ਟਰੱਕ ਖੜੇ ਆ ਪਾਰਕਿੰਗ ਲਾਟਾਂ ਦੇ ਵਿੱਚ, ਉਹਨਾਂ ਨੂੰ ਜੌਬ ਨਹੀਂ ਮਿਲ ਰਹੀ, ਗੌਰਮੈਂਟ ਜੌਬ ਦੇਵੇ ਅਸੀਂ ਚੇਂਜ ਕਰ ਲੈਂਦੇ ਹਾਂ। ਪਰ ਦੂਜੀ ਗੱਲ ਇਹ ਆ ਜਿਹੜੇ ਇਹ ਪੁਰਾਣੇ ਟਰੱਕ ਬੈਟਰ ਚੱਲ ਰਹੇ ਆ, ਜਾਂ ਤਾਂ ਇਹ BC ਤੋਂ ਬਾਹਰ ਕਰ ਦੇਣ, ਫਿਰ ਅਸੀਂ ਕਹਿੰਦੇ ਹਾਂ ਜੀ ਕੈਲੀਫੋਰਨੀਆ ਦਾ ਇਹ ਪੋਰਟ ਲੈ ਕੇ ਆ ਰਹੀ ਆ, ਪੋਰਟ ਕੈਲੀਫੋਰਨੀਆ ਤੋਂ ਸਾਰੀ ਪਲਾਨ ਲੈ ਕੇ ਆ ਰਹੀ ਆ। ਜਿਹੜਾ ਕੁਛ ਉਹਨਾਂ ਨੇ ਕੀਤਾ ਪੋਰਟ ਕਰੇ, ਅਸੀਂ ਕਰਨ ਨੂੰ ਤਿਆਰ। ਉਹਨਾਂ ਨੇ ਸਾਰਿਆਂ ਨੂੰ ਪੈਸੇ ਦਿੱਤੇ ਆ ਜਾਂ ਉਹਨਾਂ ਨੂੰ ਸਟੇਟ ਦਾ ਲਾਅ ਬਣਾਇਆ, ਸਟੇਟ ਦਾ ਲਾਅ ਬਣਾਓ, ਅਸੀਂ ਕਰਨ ਨੂੰ ਤਿਆਰ, ਹੈਪੀ ਆ। ਅਸੀਂ ਵੀ ਇਨਵਾਇਰਮੈਂਟ ਆ, ਸਾਡੇ ਹੀ ਬੱਚੇ ਗਾਹ ਹੋਣੇ ਆ ਇੱਥੇ ਹੀ, ਪਰ ਅਸੀਂ ਨਹੀਂ, ਅਸੀਂ ਕਹਿੰਦੇ ਵੀ ਜਿਹੜਾ ਕੁਛ ਹੋ ਰਿਹਾ ਫੇਅਰ ਹੋ ਰਿਹਾ ਸਾਰੀ ਇੰਡਸਟਰੀ 'ਚ ਹੋਵੇ, ਨਾ ਕਿ ਇੱਕ ਕਿਸੇ ਨੂੰ ਟਾਰਗੇਟ ਕੀਤਾ ਜਾਵੇ। ਸੋ ਜਦੋਂ ਪੋਰਟ ਵੈਨਕੂਵਰ ਦੇ ਵੱਲੋਂ ਇਹ ਫੈਸਲਾ ਤੁਹਾਡੇ ਤੱਕ ਦਿੱਤਾ ਗਿਆ, ਕੀ ਲੱਗਦਾ ਕਿੱਥੇ ਕਿੱਥੇ ਤੁਹਾਡੇ ਘਰਾਂ ਤੇ ਤਾਂ ਨੋ ਡਾਊਟ ਉਸ ਚੀਜ਼ ਦਾ ਅਸਰ ਪੈ ਹੀ ਰਿਹਾ ਸੀ, ਇਸ ਤੋਂ ਇਲਾਵਾ ਓਵਰਆਲ ਕਿੱਥੇ ਕਿੱਥੇ ਫਰਕ ਪੈ ਰਿਹਾ ਸੀ ਇਸ ਫਰਮਾਨ ਦਾ? ਇਹ ਤਾਂ ਜੀ ਜੇ ਕਹਿੰਦੇ ਹਜੇ ਤਾਂ ਫਰਕ ਪੈਣਾ ਆਮ ਪਬਲਿਕ ਤੇ ਵੀ ਸਾਰਿਆਂ ਦੇ ਪੈਣਾ। ਅਸੀਂ ਨਹੀਂ ਕਹਿੰਦੇ ਪਹਿਲਾਂ ਸਾਡੇ ਘਰਾਂ ਦੇ ਪੈਣਾ ਵਾ, ਜੇ ਸਾਡੇ ਕਿਉਂਕਿ ਟਰੱਕ ਖੜਦੇ ਆ ਸਾਡੀਆਂ ਪੇਮੈਂਟਾਂ ਵਧਣਗੀਆਂ, ਸਾਥੋਂ ਨਹੀਂ ਕੰਮ ਹੋਊਗਾ, ਅਸੀਂ ਵੀ ਕਈ ਬੰਦੇ ਤੋਂ ਇੰਡਸਟਰੀ 'ਚੋਂ ਬਾਹਰ ਜਾਣਗੇ, ਸਪਲਾਈ ਲਾਈਨ ਟੁੱਟੂਗੀ, ਜੇ ਸਪਲਾਈ ਲਾਈਨ ਟੁੱਟ ਗਈ ਤਾਂ ਦੇਖੋ ਕਿਹਦੇ ਘਰੇ ਨਹੀਂ ਅਸਰ ਪਊਗਾ। ਅੱਗੇ ਆਪਣਾ ਨੰਬਰ 1 ਹਾਈਵੇ 5 ਹਾਈਵੇ ਬ੍ਰੇਕ ਆਫ ਹੋਇਆ, ਵੀਕ ਲਈ ਹੋਇਆ ਸੀਗਾ, ਕਿੰਨੀ ਸਪਲਾਈ ਲਾਈਨ ਦਾ ਫਰਕ ਪਿਆ ਸੀਗਾ। ਹੁਣ ਕਿਸੇ ਸਟੋਰ 'ਚ ਵੀ ਜਾਂਦੇ ਹੋ ਕੋਈ ਸਮਾਨ ਨਹੀਂ ਮਿਲਦਾ ਗਾ, ਜੇ ਹੁਣ ਸਾਨੂੰ ਕਰਨਗੇ ਤਾਂ ਅਸੀਂ ਵੀ ਘਰੇ ਬੈਠਾਂਗੇ ਤਾਂ ਸਪਲਾਈ ਲਾਈਨ ਟੁੱਟੂਗੀ, ਸਾਰਿਆਂ ਨੂੰ ਅਸਰ ਪਊਗਾ। ਪਬਲਿਕ ਨੂੰ ਤੰਗ ਕਰਨਾ, ਜਿਹੜੇ ਬੰਦੇ ਉੱਥੇ ਬੈਠੇ ਉਹਨਾਂ ਨੂੰ ਨਹੀਂ ਮਿਲਣਾ ਤੰਗ ਹੋਣਾ ਜਿੰਨਾ ਪਬਲਿਕ ਨੇ ਤੰਗ ਹੋਣਾ। ਆਪਣੇ ਤੌਰ ਦੇ ਉੱਤੇ ਤੁਸੀਂ ਸਾਰੇ ਵੀ ਕੋਈ ਰਣਨੀਤੀ ਪਲਾਨ ਕਰ ਰਹੇ ਹੋ ਵੀ ਜੇ ਇਹ ਫਰਮਾਨ ਦੁਬਾਰਾ ਤੋਂ ਵੀ ਜਾਰੀ ਕੀਤਾ ਗਿਆ ਜਾਂ ਕਿਸੇ ਵੀ ਸਮੇਂ ਫਿਰ ਤੋਂ ਇੰਪਲੀਮੈਂਟ ਕਰ ਦਿੱਤਾ ਗਿਆ ਤਾਂ ਉਹਦੇ ਲਈ ਤੁਸੀਂ ਸਾਰਿਆਂ ਨੇ ਕੀ ਤਿਆਰੀ ਉਲੀਕੀ ਹੋਈ ਹੈ? ਇਹਦੇ ਵਿੱਚ ਪੋਲੀਟੀਸ਼ੀਅਨਸ ਵੀ ਆਉਂਦੇ ਨੇ, ਸਿਆਸਤਦਾਨਾਂ ਨਾਲ ਤੁਹਾਡੀ ਪਹੁੰਚ ਹੋ ਰਹੀ ਹੈ, ਸੂਬਾ ਸਰਕਾਰ ਨਾਲ ਗੱਲਬਾਤ ਹੋਈ, ਫੈਡਰਲ ਲੈਵਲ ਤੇ ਕੋਈ ਗੱਲਬਾਤ ਚੱਲ ਰਹੀ ਹੈ ਕਿ ਇਹਨੂੰ ਡਿਲੇ ਨਹੀਂ, ਇਹਨੂੰ ਕੈਂਸਲ ਕੀਤਾ ਜਾਵੇ, ਇਹਨੂੰ ਰੱਦ ਕਰ ਦਿੱਤਾ ਜਾਏ? ਦੇਖੋ ਫੈਡਰਲ ਮਿਨਿਸਟਰ ਦੇ ਨਾਲ ਸਾਡੀ ਗੱਲਬਾਤ ਹੋ ਰਹੀ ਆ, ਜਿੰਨੇ ਸਰੀ ਤੋਂ ਚੁਣੇ ਹੋਏ ਨੁਮਾਇੰਦੇ ਆ, ਈਵਨ ਪੈਸੀਫਿਕ ਕਾਕਸ ਦੇ ਚੇਅਰ ਤਾਲਿਬ ਨੂਰ ਮੁਹੰਮਦ ਹੁਣੀ ਆ, ਉਹ ਕਾਫੀ ਕਲੋਜ਼ਲੀ ਇਹਦੇ ਤੇ ਵਰਕਆਊਟ ਕਰ ਰਹੇ ਆ। ਈਵਨ ਹਰਜੀਤ ਸਿੰਘ ਸੱਜਣ ਹੁਣੀ ਆ, ਉਹ ਕਾਫੀ ਨੇੜੇ ਹੋ ਕੇ ਇਹਦੇ ਤੇ ਕੰਮ ਕਰ ਰਹੇ। ਸੋ ਕਿਤੇ ਨਾ ਕਿਤੇ ਅਸੀਂ ਇਹਨੂੰ ਡਾਇਰੈਕਟਲੀ ਤਾਂ ਨਹੀਂ ਕਹਿਣਾ ਚਾਹੁੰਦੇ, ਪਰ ਇਨਡਾਇਰੈਕਟਲੀ ਜੇ ਦੇਖਿਆ ਜਾਵੇ, ਕਿਉਂਕਿ ਇਸ ਇੰਡਸਟਰੀ 'ਚ ਜ਼ਿਆਦਾ ਪੰਜਾਬੀ ਹੋਣ ਕਰਕੇ ਇੱਕ ਰੇਸਿਜ਼ਮ ਦਾ ਵੀ ਇਸ਼ੂ ਹੈਗਾ। ਜੇ ਕੋਈ, ਕਿਉਂਕਿ ਪੂਰੇ ਕੈਨੇਡਾ 'ਚ ਜਦੋਂ ਨਹੀਂ ਇਹ ਚੀਜ਼ ਇੰਪਲੀਮੈਂਟ ਹੋਈ, ਇਕੱਲੀ ਇੱਕੋ ਹੀ ਫਿਰਕੇ ਦੇ ਲੋਕਾਂ ਤੇ ਹੋਈ ਆ, ਉਹ ਹੈਗਾ ਆ। ਪਰ ਜਿਹੜਾ ਨੈਕਸਟ ਫੇਜ਼, ਜਿਵੇਂ ਮੈਂ ਪਹਿਲਾਂ ਵੀ ਦੱਸਿਆ ਬਈ, ਜਿਹੜਾ ਟਰਾਂਸਪੋਰਟ ਕੈਨੇਡਾ ਇਨਵੋਲਵ ਹੋ ਗਿਆ, ਟਰਾਂਸਪੋਰਟ ਕੈਨੇਡਾ ਤੇ ਕੈਨੇਡੀਅਨ ਪਾਰਲੀਮੈਂਟ ਦੇ ਕੋਲ ਇੰਨਾ ਰਾਈਟ ਆ, ਕੈਨੇਡੀਅਨ ਪਾਰਲੀਮੈਂਟ ਦੇ ਸਟੈਚੂਟਰੀ ਇੰਸਟਰੂਮੈਂਟਸ ਐਕਟ ਦੇ ਵਿੱਚ ਇਹ ਚੀਜ਼ ਨੂੰ ਕੰਪਲੀਟਲੀ ਉਹ ਖਤਮ ਕਰ ਸਕਦੇ ਆ। ਸੋ ਦੂਜੀ ਗੱਲ ਇਹ ਆ ਵੀ ਜਿਹੜਾ ਇਹਦੇ ਲਈ ਪਾਰਲੀਮੈਂਟ ਦੇ ਵਿੱਚ ਵੋਟਾਂ ਨਹੀਂ ਪਈਆਂ, ਇਹ ਇੱਕ ਪਾਲਿਸੀ ਆ ਪੋਰਟ ਦੀ, ਕੋਈ ਲਾਅ ਨਹੀਂਗਾ, ਇਟਸ ਨਾਟ ਅ ਲਾਅ। ਸੋ ਉਹ ਲਾਅ ਦੇ ਲਈ ਇਟ ਨੀਡਸ ਟੂ ਬੀ ਮੇਡ ਅ ਲਾਅ, ਜਿੰਨਾ ਜਦੋਂ ਉਹਨਾਂ ਨੇ ਪ੍ਰੈਕਟੀਕਲੀ ਸਾਰੇ ਕਰਨਾ।
ਅਗੇਨ ਜਿਹੜੀ ਉਹ ਫੇਅਰਨੈਸ ਵਾਲੀ ਗੱਲ ਆ, ਫੇਅਰਨੈਸ ਤਾਂ ਫੇਰ ਹੀ ਹੋਊਗੀ ਜਦੋਂ ਸਾਰੇ ਅਕ੍ਰੋਸ ਦਾ ਬੋਰਡ ਲੈਵਲ ਪਲੇਇੰਗ ਫੀਲਡ ਹੋਊਗਾ। ਇੱਕ ਜਿਹੜੀ ਸਾਰਿਆਂ ਤੋਂ ਵੱਡੀ ਗੱਲ ਹੈ, ਕਿਉਂਕਿ ਇਹ ਇੰਡਸਟਰੀ ਇਹੀ ਜੀ ਆ ਜਿਹੜੇ ਮੋਸਟਲੀ ਓਨਰ ਆਪਰੇਟਰ ਆ ਨਾ ਜੀ, ਉਹਨਾਂ ਦੀ ਜ਼ਿਆਦਾਤਰ ਜੇ ਏਜ ਦੇਖੀਏ 50 ਤੋਂ ਲੈ ਕੇ ਤਕਰੀਬਨ 60-62 ਸਾਲ ਆ, ਕਿਉਂਕਿ ਉਹ ਕਾਫੀ ਪੁਰਾਣੇ ਇਸ ਇੰਡਸਟਰੀ 'ਚ ਕੰਮ ਕਰਦੇ ਆ। ਹੁਣ ਜਿਹਦੀ ਉਮਰ 50 ਸਾਲ ਆ, ਨੈਚੁਰਲੀ ਉਹਨਾਂ ਦੇ ਬੱਚੇ ਅੱਜ ਯੂਨੀਵਰਸਿਟੀ ਜਾਂਦੇ ਆ, ਤੇ ਜਿਹੜੇ ਹੁਣ ਯੂਨੀਵਰਸਿਟੀ ਬੱਚੇ ਜਾਂਦੇ ਆ ਉਹਨਾਂ ਤੇ ਇੱਕ ਵੱਡਾ ਇੰਪੈਕਟ ਆ ਜਦੋਂ ਉਹ ਪਰਿਵਾਰ ਦਾ ਜਿਹੜਾ ਇੱਕ ਮੇਨ, ਕਿਉਂਕਿ ਆਪਣੇ ਜਿੰਨੇ ਟਰੱਕਰਸ ਫੈਮਲੀਜ਼ ਆ ਜ਼ਿਆਦਾਤਰ ਜਿਹੜਾ ਟਰੱਕਰ ਹੀ ਕਮਾਉਣੇ ਵਾਲਾ ਰੋਜੀ ਰੋਟੀ ਦਾ ਸਾਧਨ ਇੱਕ ਉਹੀ ਹੈ ਮੈਂਬਰ ਆ। ਜੇ ਉਹਨਾਂ ਦੀ ਰੋਜੀ ਰੋਟੀ ਤੇ ਅਸਰ ਪੈਂਦਾ ਤੇ ਉਹ ਸਾਰੇ ਪਰਿਵਾਰ ਤੇ ਬੈਕ ਜਿਹੜਾ ਉਹ ਅਸਰ ਪੈਂਦਾ ਆ। ਨੂੰ ਪ੍ਰੋਟੈਕਟ ਅਸੀਂ ਕਰਨਾ ਸਭ ਤੋਂ ਪਹਿਲੀ ਚੀਜ਼ ਆ ਵੀ ਕੀ ਅਸੀਂ ਕਿੰਨੇ ਕੁ ਟਰੀਜ਼ ਲਾਉਣੇ ਆ। ਹੁਣ ਪੋਰਟ ਆਫ ਵੈਨਕੂਵਰ ਤਾਂ ਉਹ ਜਗ੍ਹਾ ਆ ਜਿਹੜੇ ਹਰ ਸਾਲ ਪਟਾਕੇ ਚਲਾਉਂਦੇ ਆ, ਕੈਨੇਡਾ ਪਲੇਸ ਤੇ ਪਟਾਕੇ ਚੱਲਦੇ ਆ, ਕੌਣ ਚਲਾਉਂਦਾ? ਪੋਰਟ ਮੈਨੇਜ ਕਰਦਾ। ਇੱਕ ਪਾਸੇ ਤੁਸੀਂ ਪਟਾਕੇ ਚਲਾ ਰਹੇ ਆ, ਦੂਜੀ ਗੱਲ ਇਹ ਆ ਵੀ ਜਿੱਥੇ ਉਹਨਾਂ ਨੂੰ ਇਹ ਸੋਚ ਲੈਣਾ ਚਾਹੀਦਾ, ਜਿੱਥੇ ਵੈਨਕੂਵਰ ਡਾਊਨਟਾਊਨ ਬਣਿਆ ਦੁਨੀਆ ਦੇ ਸਭ ਤੋਂ ਵੱਡੇ ਰੈੱਡਵੁੱਡ ਟਰੀਜ਼ ਸੀਗੇ ਜਿਨ੍ਹਾਂ ਨੂੰ ਕੱਟ ਕੇ ਡਾਊਨਟਾਊਨ ਬਣਾਇਆ, ਤੇ ਸਟੈਨਲੀ ਪਾਰਕ ਦੇ ਜਿਹੜੇ ਟਰੀਜ਼ ਆ ਉਹ ਇਸ ਚੀਜ਼ ਦੀ ਗਵਾਹੀ ਭਰਦੇ ਆ ਵੀ ਉਹ ਨੇੜੇ ਵਾਲਾ ਏਰੀਆ ਵੀ ਉਹੋ ਜਿਹਾ ਸੀ। ਸੋ ਖਬਰਾਂ ਤੇ ਜਾਣਕਾਰੀਆਂ ਦਾ ਸਿਲਸਿਲਾ ਫਿਲਹਾਲ ਇੱਥੇ ਮੁੱਕਦਾ। ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।